ਪੰਜਾਬ ਦੀ ਨੌਜਵਾਨ ਪੀੜ੍ਹੀ ਜਿਨ੍ਹਾਂ ਦੇ ਅੱਜ ਕਹਿ ਸਕਦੇ ਜਿਹੜੇ ਕੱਪੜੇ ਪਾਏ ਨੇ ਟੀ-ਸ਼ਰਟਾਂ ਉਹਦੇ ਤੇ ਦੀਪ ਸਿੱਧੂ ਦੀ ਤਸਵੀਰ ਆ। ਦੀਪ ਸਿੱਧੂ ਸਾਡੇ ਵਿਚਕਾਰ ਨਹੀਂ ਰਹੇ ਸੀ, ਬੇਵਕਤੀ ਮੌਤ, ਔਰ ਅੱਜ ਉਹਨਾਂ ਦੀ ਅੰਤਮ ਅਰਦਾਸ ਦੇ ਭੋਗ ਪਾਏ ਜਾ ਰਹੇ ਨੇ ਉਸ ਮਹਾਨ ਧਰਤੀ ਸਰਹੰਦ ਵਿਖੇ। ਤੇ ਇਸ ਟਾਈਮ ਸਾਡੇ ਨਾਲ ਯੂਥ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ। ਉਹਨਾਂ ਨੇ ਤਸਵੀਰਾਂ ਵੀ ਉਹਨਾਂ ਦੇ ਹੱਥਾਂ ਦੇ ਵਿੱਚ ਦੀਪ ਸਿੱਧੂ ਦਾ, ਔਰ ਨਾਲ ਸਲੋਗਨ ਵੀ ਆ ਕਿ ਸਰੀਰ ਦੇ ਮਰਨ ਨੂੰ ਮੌਤ ਨਹੀਂ ਕਹਿੰਦੇ, ਜ਼ਮੀਰ ਦੇ ਮਰਨ ਨੂੰ ਮੌਤ ਕਹਿੰਦੇ ਨੇ। ਤੇ ਗੱਲਬਾਤ ਕਰਦੇ ਆ। ਕਿੱਥੋਂ ਆਏ ਜੀ ਤੁਸੀਂ? ਸੇਖੂਵਾਸ ਪਿੰਡ ਹੈ ਸੰਗਰੂਰ ਡਿਸਟ੍ਰਿਕਟ ਦੇ ਵਿੱਚ, ਲਹਿਰੇ ਘਾਗੇ ਕੋਲੇ, ਉੱਥੋਂ ਆਇਆ ਜੀ। ਅੱਛਾ, ਇਹ ਕਦੀ ਦੀਪ ਸਿੱਧੂ ਨੂੰ ਪਹਿਲਾਂ ਵੀ ਮਿਲੇ ਸੀ ਤੁਸੀਂ? ਨਹੀਂ, ਮੈਂ ਤਾਂ ਨਹੀਂ ਮਿਲਿਆ ਜੀ, ਵਿੱਚ ਸਾਰੇ ਮੁੰਡੇ ਮਿਲੇ ਸੀ। ਇਹ ਮੇਰੇ ਖਾਤਰ ਬਹੁਤ ਮਾੜੀ ਗੱਲ ਹੈ, ਮੈਂ ਬਾਈ ਨੂੰ ਮਿਲਿਆ ਨਹੀਂ, ਪਰ ਮੈਂ ਬਾਈ ਨਾਲ ਜੁੜਿਆ ਬਹੁਤ ਹੋਇਆ ਸੀ। ਉਹਦੀ ਵਿਚਾਰਧਾਰਾ ਮੈਂ ਡੇਲੀ ਸੁਣਨੀ, ਜਦੋਂ ਵੀ ਬਾਈ ਲਾਈਵ ਹੋਣਾ ਜਾਂ ਕਦੋਂ ਵੀ ਬਾਈ ਨੇ ਜਦੋਂ ਵੀ ਸੋਸ਼ਲ ਮੀਡੀਆ ਤੇ ਆਉਣਾ, ਮੈਂ ਆਪਦੇ ਕੰਮਕਾਰ ਵੀ ਛੱਡ ਕੇ, ਇੱਕ ਦੋ ਵਾਰ ਮੈਂ ਗਾਲਾਂ ਵੀ ਖਾਧੀਆਂ ਨੇ, ਪਰ ਮੈਂ ਬਾਈ ਨੂੰ ਜ਼ਰੂਰ ਸੁਣਦਾ ਸੀ। ਬਾਈ ਦੀਆਂ ਕਿਹੜੀਆਂ ਗੱਲਾਂ ਤੁਹਾਨੂੰ ਅਪੀਲ ਕੀਤੀਆਂ ਗਈਆਂ? ਬਾਈ ਦੀ ਇਹੀ ਗੱਲਾਂ ਵੀ ਆਪਾਂ ਆਪਣੀ ਖੁਦ ਮੁਖਤਿਆਰੀ ਦੀ ਗੱਲ ਕਰਨੀ ਹੈ, ਵੀ ਯੂਥ ਅੱਗੇ ਆਵੇ। ਜਿਹੜੇ ਬਾਈ ਨੂੰ ਗਦਾਰ ਕਹਿੰਦੇ ਸੀ, ਉਹ ਦੇਖ ਲਓ ਸਾਰੇ ਲੀਡਰੀ ਵਿੱਚ ਆਏ, ਜਿਵੇਂ ਰਾਜੇਵਾਲ ਵਰਗੇ ਹੋ ਗਏ, ਉਹ ਦੁੱਕੀ ਦੇ ਸਿੰਗਰ ਹੋ ਗਏ, ਗਾਲਵ ਵਰਗੇ, ਉਹਨਾਂ ਨੇ ਗਦਾਰ ਕਹਿਣਾ, ਪਰ ਬਾਈ ਆਪਦੇ ਸਟੈਂਡ ਤੇ ਕਾਇਮ ਸੀਗਾ। ਉਹ ਕੋਈ ਪੈਸਾ ਕਮਾਉਣ ਨਹੀਂ ਆਇਆ ਸੀ, ਉਹਦੀ ਲਾਈਫ ਬਹੁਤ ਲਗਜ਼ਰੀ ਸੀ, ਤੇ ਉਹ ਫਿਰ ਵੀ ਆਪਣੇ ਲੋਕਾਂ ਨੂੰ ਛੱਡ ਕੇ, ਜਿਹੜੇ ਇੱਥੇ 10-10 ਰੁਪਏ ਮੰਗਦੇ ਨੇ, ਗੁਰਪ੍ਰੀਤ ਕੋਟਲੀ ਵਰਗੇ, ਉਹ ਬਾਈ ਨੂੰ ਐ ਕਹਿੰਦੇ ਸੀ ਵੀ ਇਹ ਗਦਾਰ ਹੈ, ਉਹਨੂੰ ਗਦਾਰੀ ਦਾ ਸਰਟੀਫਿਕੇਟ ਦਿੱਤਾ। ਇਹ ਗੱਲ ਤੇ ਬਹੁਤ ਦੁੱਖ ਲੱਗਦਾ। ਚਲੋ ਹੁਣ ਵਾਹਿਗੁਰੂ ਨੇ ਸਾਰਾ ਸੱਚ ਸਾਹਮਣੇ ਲਿਆਤਾ, ਤੁਹਾਨੂੰ ਪਤਾ ਹੀ ਅੱਜ ਕਿੰਨਾ ਕੁ ਇਕੱਠ ਹੈ ਬਾਈ ਦੀ ਸੋਚ ਤੇ। ਤੁਸੀਂ ਮਿਲੇ ਹੀ ਕਦੀ ਜੀ? ਹਾਂਜੀ ਹਾਂਜੀ ਬਾਈ ਜੀ ਮਿਲੇ ਸੀ ਅਸੀਂ। ਕਿੱਥੇ ਮਿਲੇ ਸੀ? ਸ਼ੰਭੂ ਮੋਰਚੇ ਤੇ ਮਿਲੇ ਸੀਗੇ ਬਾਈ ਨੂੰ, ਉੱਥੇ ਗਏ ਸੀਗੇ ਜਿਸ ਦਿਨ ਬਾਈ ਉੱਥੇ 2-3 ਵਾਰੀ ਜਾ ਕੇ ਆਏ ਹਾਂ ਅਸੀਂ ਸ਼ੰਭੂ ਮੋਰਚੇ ਉੱਤੇ। ਜਿਸ ਤਰ੍ਹਾਂ ਇਹਨਾਂ ਨੇ ਜ਼ਿਕਰ ਕੀਤਾ ਹੈਗਾ, ਕਿਉਂਕਿ ਤੁਹਾਡਾ ਸਾਰਿਆਂ ਦਾ ਇੱਕੋ ਪਿੰਡ ਆ, ਕਿ ਜਿਹੜੇ ਲੋਕ ਪਹਿਲਾਂ ਗਦਾਰ ਕਹਿੰਦੇ ਰਹੇ, ਪੰਜਾਬੀ ਕੌਮ ਤੇ ਵੀ ਤੁਹਾਨੂੰ ਤਰਸ ਆਉਂਦਾ ਹੈਗਾ? ਕਈਆਂ ਨੂੰ ਅਸੀਂ ਜ਼ੀਰੋ ਸਮਝਦੇ ਹਾਂ, ਮਰਨ ਤੋਂ ਬਾਅਦ ਅਸੀਂ ਹੀਰੋ ਬਣਾ ਦਿੰਦੇ ਹੈਗੇ ਜੀ। ਇਹ ਤਾਂ ਬਾਈ ਜੀ ਹੁੰਦੀ ਹੁੰਦਾ, ਜਿਹੜੇ ਆਪਾਂ ਯੋਧਿਆਂ ਨੂੰ ਪਹਿਲਾਂ ਸਮਝ ਨਹੀਂ ਪਾਉਂਦੇ ਸੀਗੇ, ਉਹਨਾਂ ਨੂੰ ਬਾਅਦ ਚੋਂ ਆ ਕੇ ਉਹਨਾਂ ਦੀ ਕੁਰਬਾਨੀ ਤੋਂ ਬਾਹਰ ਪਤਾ ਲੱਗਦਾ ਵੀ ਉਹ ਕੀ ਸੀ। ਐਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਸਮੇਂ ਉਹਨਾਂ ਨੂੰ ਵੀ ਲੋਕ ਕਹਿੰਦੇ ਰਹੇ ਸੀ ਇਹ ਸਰਕਾਰ ਦਾ ਏਜੰਟ ਹੈ, ਇਹ ਕਰਵਾ ਦੂਗਾ, ਪਰ ਜਦੋਂ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਪਤਾ ਲੱਗਿਆ ਕਿ ਸੰਤ ਜਰਨੈਲ ਸਿੰਘ ਕੀ ਸੀ। ਇਸੇ ਤਰ੍ਹਾਂ ਸਾਨੂੰ ਹੁਣ ਬਾਈ ਦੀਪ ਸਿੱਧੂ ਦਾ ਲੱਗ ਰਿਹਾ ਹੈਗਾ ਵੀ ਪਹਿਲਾਂ ਉਸ ਦੇ ਨਾਲ ਕੋਈ ਵੀ ਨਹੀਂ ਸਾਥ ਦੇ ਰਿਹਾ ਸੀਗਾ, ਇਕੱਲੇ ਸੀਗੇ, ਕੁਝ ਉਹਦੇ ਮਿੱਤਰ ਤੇ ਕੁਝ ਜਥੇਬੰਦੀਆਂ ਸੀਗੀਆਂ, ਪਰ ਜਿੰਨੀ ਕਿ ਵੀ ਇਹ ਕਾਮਰੇਡੀ ਸੋਚ ਵਾਲੇ ਸੀਗੇ, ਇਹਨਾਂ ਨੇ ਸਾਰਿਆਂ ਨੂੰ ਰੱਜ ਕੇ ਭੰਡਿਆ ਸੀਗਾ, ਗਦਾਰ ਤੱਕ ਦੇ ਸਰਟੀਫਿਕੇਟ ਦਿੱਤੇ ਸੀਗੇ, ਉੱਥੋਂ ਉਹਨੂੰ ਜਾਣ ਲਈ ਮਜਬੂਰ ਕਰ ਦਿੱਤਾ ਸੀਗਾ। ਲੱਗਦਾ ਨਹੀਂ ਕਿ ਅੱਜ ਆਪਾਂ, ਕਿਉਂਕਿ ਇਸ ਮੌਕੇ ਬੜਾ ਗਮੀਨ ਮਸਲਾ ਹੈ ਸਮਾਂ, ਕਿ ਇੱਕ ਦਿਨ ਵਾਸਤੇ ਇਦਾਂ ਦੇ ਉਹਨਾਂ ਦੀ ਸ਼ਹੀਦੀ ਨੂੰ ਮੇਲੇ ਲੱਗਦੇ ਰਹਿਣ, ਉਸ ਤੋਂ ਬਾਅਦ ਤੁਸੀਂ ਟੀ-ਸ਼ਰਟਾਂ ਬਾਅਦ 'ਚ ਭੁੱਲ ਜਾਓ ਪੰਜਾਬ ਦੀ ਜਨਤਾ, ਜਾਂ ਦੀਪ ਸਿੱਧੂ ਨੂੰ ਚਾਹਣ ਵਾਲੇ ਭੁੱਲ ਜਾਣ, ਕੱਲ ਹੀ ਭੁੱਲ ਜਾਣ। ਨਹੀਂ ਨਹੀਂ ਵੀਰੇ, ਇਸ ਤਰ੍ਹਾਂ ਨਹੀਂ ਹੋਣਾ ਹੈਗਾ, ਪਰ ਜਿਹੜੇ ਜਿਨ੍ਹਾਂ ਦੀ ਜਾਗਦੀ ਜ਼ਮੀਰ ਆ ਉਹ ਨਹੀਂ ਭੁੱਲਣਗੇ। ਬਹੁਤੇ ਨੇਗੇ ਚਲੋ ਭੁੱਲ ਜਾਂਦੇ ਨੇਗੇ, ਪਰ ਜਿਨ੍ਹਾਂ ਦੀ ਜ਼ਮੀਰ ਜਾਗੀ ਉਹ ਉਹਨਾਂ ਨੇ ਨਹੀਂ ਭੁੱਲਣਾ ਹੈਗਾ। ਚਲੋ ਬਾਕੀ ਤਾਂ ਇਹ ਵੀ ਤੁਹਾਡੀ ਗੱਲ ਨਾਲ ਸਹਿਮਤ ਆ ਕਿ ਅਸੀਂ ਵੀ ਭੁੱਲ ਵੀ ਜਾਂਦੇ ਨੇਗੇ, ਕਿਉਂਕਿ ਆਪਾਂ ਜਦੋਂ ਵੀ ਆ ਕੇ ਸ਼ਹਾਦਤ ਤੋਂ ਬਾਅਦ ਹੀ ਯਾਦ ਕਰ ਦਿਆਂਗੇ, ਜਾਂ ਉਸ ਮੇਲੇ ਦੇ ਜਦੋਂ ਵੀ ਆਪਣੇ ਰਜੇਵੇਂ 'ਚ ਹੋ ਜਾਂਦੇ ਕਿ ਆਪਾਂ ਉਦੋਂ ਉਹਨੂੰ ਭੁੱਲ ਜਾਂਦੇ। ਇਹ ਤੁਹਾਡੀ ਗੱਲ ਨਾਲ ਸਹਿਮਤ ਆ, ਪਰ ਜਿਨ੍ਹਾਂ ਦੀ ਜਾਗਦੀਆਂ ਜ਼ਮੀਰ ਵਾਲੇ ਨੂੰ ਨਹੀਂ ਭੁੱਲਣਗੇ। ਜਿੱਥੇ ਵੀ ਉਹਨਾਂ ਦੀ ਵਾਰਸ ਪੰਜਾਬ ਦੀ ਟੀਮ ਜਿੱਥੇ ਵੀ ਸਾਨੂੰ ਕੋਈ ਪ੍ਰੋਗਰਾਮ ਦੇਊਗੀ, ਅਸੀਂ ਉਸ ਦੇ ਵਿੱਚ ਹਾਜ਼ਰ ਹੋਵਾਂਗੇ, ਹਾਜ਼ਰੀ ਭਰਾਂਗੇ। ਤੁਹਾਨੂੰ ਲੱਗਦਾ ਹੈਗਾ ਕਿ ਇਹ ਜਿਹੜਾ ਅੱਜ ਦੀਪ ਸਿੱਧੂ ਨੂੰ ਅਸੀਂ ਯਾਦ, ਔਰ ਬਹੁਤ ਸਾਰੇ ਨਾਅਰੇ ਲੱਗੇ ਕਿ ਦੀਪ ਜਗਦਾ ਰਹੂਗਾ, ਇਹ ਇੱਕ ਦਿਨ ਜਗਦਾ ਰਹੂਗਾ ਕਿ ਲੋਕ ਮਨਾਂ ਦੇ ਵਿੱਚ ਜਗਦਾ ਰਹੂਗਾ? ਨਹੀਂ ਨਹੀਂ, ਲੋਕ ਮਨਾਂ ਦੇ ਵਿੱਚ ਹਮੇਸ਼ਾ ਜਗਦੇ ਰਹਿਣਗੇ ਦੀਪ ਸਿੱਧੂ ਜੀ। ਕਿ ਵੇਖੋ ਵੇਖਦੇ ਨਹੀਂ ਪਾਲੀ ਦੀਪ ਸਿੱਧੂ ਦੀਆਂ ਤਸਵੀਰਾਂ ਕਰਕੇ ਨੇ? ਨਹੀਂ ਵੇਖੋ ਵੇਖ ਨਹੀਂ ਪਾਈ ਜੀ। ਇਹ ਜਦੋਂ ਉੱਥੇ ਸਾਡੇ ਪੋਲਿੰਗ ਬੂਥ ਲੱਗਿਆ ਸੀਗਾ, ਉੱਥੇ ਅਸੀਂ 5-4 ਨੌਜਵਾਨਾਂ ਨੇ ਪਹਿਲਾਂ ਵੀ ਪੋਲਿੰਗ ਬੂਥ ਵਾਸਤੇ ਬਾਈ ਦੀਪ ਸਿੱਧੂ ਦੀ ਸੋਚ ਵਾਸਤੇ ਇਹ ਟੀ-ਸ਼ਰਟਾਂ ਪਾਈਆਂ ਸੀਗਾ ਜੀ। ਬਸ ਉਹਨਾਂ ਦੇ ਪਲਾਨ ਤੇ ਚੱਲਣ ਦਾ ਵਾਸਤਾ ਸਾਡਾ ਮਨ ਸੀਗਾ ਜੀ। ਮਤਲਬ ਦੀਪ ਸਿੱਧੂ ਦੀ ਸੋਚ ਨੂੰ ਤੁਸੀਂ ਪਹਿਰਾ ਦਿੰਦੇ ਰਹੋਗੇ? ਹਾਂਜੀ ਹਾਂ ਜੀ, 100 ਚੋਂ 2 ਬੰਦੇ ਵੀ ਪਹਿਰਾ ਦੇ ਗਏ ਨਾ ਜੀ ਜੀ। 100 ਚੋਂ 2 ਬੰਦੇ ਪਹਿਰਾ, ਤੇ ਇਹ ਕੌਮ ਜਿਹੜੀ ਹੈ ਨਾ ਚੜ੍ਹਦੀ ਕਲਾ 'ਚ ਹੀ ਜਾਊਗੀ। ਜੀ ਜੀ। ਔਰ ਮਹਾਰਾਜ ਨੇ ਸਾਨੂੰ ਤਾਂ ਵੈਸੇ ਹੀ ਪਾਲਿਆ ਵੀ ਅਸੀਂ ਚੜ੍ਹਦੀ ਕਲਾ 'ਚ ਹਰ ਟਾਈਮ ਹੀ ਰਹਿੰਦੇ ਆ, ਦੁੱਖ ਦੀ ਘੜੀ 'ਚ ਵੀ, ਸੁੱਖ ਦੀ ਘੜੀ ਦੇ ਵਿੱਚ ਵੀ। ਲੇਕਿਨ ਅੱਜ ਸਾਨੂੰ ਇਹ ਆ ਵੀ ਸਾਡਾ ਇੱਕ ਕੌਮ ਦਾ ਬਹੁਤ ਵੱਡਾ ਲੀਡਰ, ਇੱਕ ਵਧੀਆ ਬੁਲਾਰਾ, ਜਿਹੜਾ ਕਿ ਸਾਡੀ ਸੋਚ ਨੂੰ ਜਗਾ ਰਿਹਾ ਸੀਗਾ, ਉਹ ਸਾਡੇ ਤੋਂ ਦੂਰ ਚਲਾ ਗਿਆ। ਕੁਝ ਟਾਈਮ ਹੋਰ ਚਾਹੀਦਾ, ਲੇਕਿਨ ਕੀ ਹੈ, ਜਿੰਨਾ ਕੁ ਮਹਾਰਾਜ ਨੇ ਕਹਿੰਦੇ ਵੀ ਸਾਹ ਬਖਸ਼ੇ ਨੇ, ਉਹਨੇ ਕੀ ਲੈਣੇ ਨੇ। ਔਰ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ, ਔਰ ਸਾਡੇ ਯੂਥ ਨੂੰ ਅੱਗੇ ਵਧਣ ਦੀ ਤਾਕਤ ਬਖਸ਼ੇ। ਲੱਗਦਾ ਕਿ ਇੱਕ ਹੋਰ ਅੱਜ ਦੀਪ ਸਾਡੇ ਕੋਲ ਨਹੀਂ ਰਿਹਾ, ਸੋਚ ਉਹਦੀ ਹੈ, ਇਸ ਧਰਤੀ ਤੇ ਹੋਰ ਦੀਪ ਪੈਦਾ ਹੁੰਦੇ ਰਹਿਣਗੇ? ਹੁੰਦੇ ਰਹਿਣਗੇ, ਬਿਲਕੁਲ ਦੀਪ ਪੈਦਾ ਹੁੰਦੇ ਰਹਿਣਗੇ, ਪਰ ਮੇਰੀ ਇੱਕ ਅਪੀਲ ਹੈ ਵੀਰੇ ਕਿ ਉਸ ਦੀ ਮੌਤ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈਗਾ।
ਚਾਹੇ ਜਿੰਨੇ ਵੀ ਉਰੇ ਸਿੱਖ ਨੌਜਵਾਨ ਆਏ ਨੇਗੇ, ਕੋਈ ਧਰਨੇ ਲਾਉਣ ਜਾਂ ਕੋਈ ਪ੍ਰੋਗਰਾਮ ਦੇਵੇ, ਸਾਡੀ ਇਹੀ ਵੱਧ ਤੋਂ ਵੱਧ ਅਪੀਲ ਹੈ ਕਿ ਉਹਦੀ ਮੌਤ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈਗਾ ਵੀ ਉਹਦੀ ਮੌਤ ਵਾਕਈ ਹੋਈ ਹੈ ਜਾਂ ਕਿਸੇ ਤੋਂ ਸਾਜ਼ਿਸ਼ ਤਹਿਤ ਕਰਵਾਈ ਗਈ ਹੈਗੀ। ਇਹ ਸਾਡੇ ਮਨ ਵਿੱਚ ਤੁਹਾਨੂੰ ਸ਼ੱਕ ਲੱਗਦਾ ਕਿ ਹਾਂਜੀ ਬਿਲਕੁਲ ਸ਼ੱਕ ਹੈ ਜੀ। ਜਿਸ ਤਰ੍ਹਾਂ ਦੁਰਘਟਨਾ ਹੋਈ ਹੈਗੀ ਵੀ ਨਹੀਂ ਹੋ ਸਕਦਾ ਐਵੇਂ, ਜਿਵੇਂ ਐਕਸੀਡੈਂਟ ਹੋ ਸਕਦਾ ਹੈਗਾ। ਇੱਕ ਨਾਲ ਕੰਚ ਦੀ ਬੋਤਲ ਦਿਖਾਈ ਗਈ ਹੈ ਜਿਹਦੇ ਵਿੱਚ ਸ਼ਰਾਬ ਸੀਗੀ, ਉਹ ਫੁੱਟੀ ਨਹੀਂ, ਲਵੇ ਛਿੱਟੇ ਪਏ ਨੇ। ਉਹ ਜਿਹੜੀ ਲੜਕੀ ਨਾਲ ਬੈਠੀ ਸੀ ਉਹ ਬਿਲਕੁਲ ਸੁਰੱਖਿਅਤ ਹੈ, ਬਿਲਕੁਲ ਕੋਈ ਗੱਲ ਮੈਚ ਨਹੀਂ ਕਰਦੀ ਹੈਗੀ। ਇਸ ਲਈ ਅਸੀਂ ਕਹਿੰਦੇ ਹਾਂ ਵੀ ਵੱਧ ਤੋਂ ਵੱਧ ਸਾਡੇ ਜਥੇਬੰਦੀਆਂ ਨੂੰ ਜਿਹੜੀਆਂ ਇਸ ਢਾਂਚੇ ਨੂੰ ਚਲਾ ਰਹੀਆਂ ਨੇ, ਕਿ ਉਹਨਾਂ ਨੂੰ ਅਪੀਲ ਹੈ ਵੀ ਉਸ ਦੀ ਮੌਤ ਦਾ ਸੱਚ ਸਾਹਮਣੇ ਲੈ ਕੇ ਆਓ। ਭਾਰਤੀ ਏਜੰਸੀਆਂ ਦਾ ਕਤਲ ਤੁਹਾਨੂੰ ਕੀ ਲੱਗਦਾ ਕਿ ਪਿੰਡ ਹੋਰ ਵੀ ਤੁਹਾਡੇ ਨਾਲ ਜੁੜੇ ਹੈਗੇ ਨੇ ਜਿਹੜੇ ਦੀਪ ਸਿੱਧੂ ਦੀ ਸੋਚ ਨੂੰ ਲੈ ਕੇ ਚੱਲ ਰਹੇ ਹੈਗੇ? ਬਹੁਤ ਜ਼ਿਆਦਾ ਵੀਰੇ, ਬਹੁਤ ਜ਼ਿਆਦਾ ਉਤਸ਼ਾਹ ਹੈ ਨੌਜਵਾਨਾਂ 'ਚ, ਬਜ਼ੁਰਗਾਂ 'ਚ, ਸਾਰਿਆਂ ਨੇ ਲਾ ਲਓ। ਜਦੋਂ ਅਸੀਂ ਪਿੰਡ 'ਚ ਤੁਹਾਨੂੰ ਬਾਈ ਨੇ ਗੱਲ ਦੱਸੀ ਹੈ, ਸ਼ੁਰੂਆਤ ਕੀਤੀ ਸੀ 5 ਜਣੇ ਸੀ, ਉਸ ਤੋਂ ਬਾਅਦ ਨਾਲ ਜੁੜਦੇ ਗਏ। ਤੁਸੀਂ ਐਂ ਲਾ ਲਓ ਵੀ 150-200 ਸਾਰੇ ਪਿੰਡ 'ਚੋਂ ਇਕੱਠੇ ਹੋਣੇ, ਨਾਲ ਦੇ ਪਿੰਡਾਂ 'ਚ ਸਾਡੇ ਕੋਲੇ ਆਉਣਾ, ਬਾਈ ਬੈਨਰ ਦੇ ਦਿਓ, ਸਾਡੇ ਪੋਲਿੰਗਾਂ ਤੇ ਬਹੁਤ ਇਕੱਠ ਹੋ ਗਿਆ। ਬਾਈ ਦੀਪ ਦੀ ਸੋਚ ਤੇ, ਇਹ ਬਾਈ ਦੀਪ ਦੀ ਸੋਚ ਹੈ ਉਹ ਇੱਕ ਚਿਣਗ ਛੱਡ ਗਿਆ ਸਾਡੇ ਅੰਦਰ, ਜੋ ਬਾਈ ਵੀ ਗੱਲ ਕਰਦਾ ਹੁੰਦਾ ਸੀ ਚਿਣਗ ਦੀ, ਉਹ ਸਾਡੇ ਅੰਦਰ ਚਿਣਗ ਜਗਦੀ ਰਹੂਗੀ। ਤੁਹਾਨੂੰ ਲੱਗਦਾ ਹੈ ਕਿ ਇਹ ਸਿਮਰਜੀਤ ਸਿੰਘ ਮਾਨ ਵੀ ਇਹੀ ਸੋਚ ਲੈ ਕੇ ਚੱਲਦੇ, ਵੋਟਾਂ ਦੇ ਵਿੱਚ ਇਮਾਨਦਾਰ ਨੂੰ ਵੀ ਫਾਇਦਾ ਹੋਇਆ ਜੀ? ਨਹੀਂ, ਵੋਟਾਂ ਦੇ ਵਿੱਚ ਬਹੁਤ ਵੱਡਾ ਫਾਇਦਾ ਹੋਇਆਗਾ, ਪਰ ਚਲੋ ਐਂ ਲਾ ਲਓ ਵੀ ਕੁਝ ਸਮਾਂ ਥੋੜਾ ਰਹਿ ਗਿਆ ਤੀਗਾ। ਜੇ ਥੋੜਾ ਜਿਹਾ ਸਮਾਂ ਪਹਿਲਾਂ ਆ ਜਾਂਦਾ ਤਾਂ ਐ ਲਾ ਲਓ ਵੀ ਬਹੁਤ ਵੱਡਾ ਫਾਇਦਾ ਹੋ ਜਾਂਦਾ ਵੋਟਾਂ ਦੇ ਵਿੱਚ, ਕਿਉਂਕਿ ਲੋਕ ਸਮਝਣ ਦੇ ਵਿੱਚ ਦੇਰੀ ਕਰਦੇ ਨੇਗੇ। ਇਹ ਦੇਰੀ ਸਾਹਿਬ ਨੇ ਲਾਤੀ ਸਾਰੀ ਜ਼ਿੰਦਗੀ, ਪਰ ਮਾਨ ਸਾਹਿਬ ਦੀਆਂ ਗੱਲਾਂ ਵੀ ਉਹ ਕਹਿੰਦੇ ਕਿ ਮੈਨੂੰ ਮੇਰੀ ਕੌਮ ਹੀ ਹਰਾ ਦਿੰਦੇ ਆ। ਸਾਰੇ ਕੌਮ ਨੇ ਕਦਰ ਨਹੀਂ ਪਾਈ ਜੀ। ਜਿੱਦਾਂ ਕਹਿੰਦੇ ਨੇ ਅੱਜ ਜਿੱਦਣ ਦੀਪ ਵੀਰ ਸੀਗਾ ਉਹਨੂੰ ਗੱਦਾਰ ਦੇ ਜੇ ਉਹ ਸਰਟੀਫਿਕੇਟ ਦਿੱਤੇ, ਇਦਾਂ ਮਾਨ ਸਾਹਿਬ ਨੂੰ ਇਹ ਸਾਡੇ ਪੰਥ ਜਿਹੜੇ ਵੱਡੇ ਕਹਿੰਦੇ ਸੀ ਅਸੀਂ ਗੱਦਾਰ ਤਾਂ ਅਸਲੀ ਉਹ ਸੀ, ਔਰ ਅਸਲੀ ਹੀਰਾ ਜਿਹੜਾ ਸਾਡੀ ਕੌਮ ਦਾ ਸੀਗਾ ਉਹਨੂੰ ਪਾਸੇ ਕਰਤਾ। ਲੱਗਦਾ ਕਿ ਅਮਰਗੜ੍ਹ ਦਾ ਰਿਜ਼ਲਟ 10 ਮਾਰਚ ਨੂੰ ਰਿਜ਼ਲਟ ਆ ਜਾਣਾ ਹੈ ਕਿ ਅਮਰਗੜ੍ਹ ਦਾ ਰਿਜ਼ਲਟ ਆਊਗਾ, ਦੀਪ ਸਿੱਧੂ ਨੂੰ ਸੱਚੀ ਸ਼ਰਧਾਂਜਲੀ। ਬਿਲਕੁਲ ਜੀ 100% ਮਾਨ ਸਾਹਿਬ ਦੀ ਜਿੱਤ ਹੈ ਜੀ। ਹਾਂਜੀ ਤੁਸੀਂ ਕਹਿ ਰਹੇ? ਮੈਂ ਜੀ ਅਮਰਗੜ੍ਹ ਦੇ ਇਲਾਕੇ ਦਾ, ਜਿੱਦਾਂ ਦਾ ਦੀਪ ਸਿੱਧੂ ਨੇ ਆਪਣਾ ਉਹ ਕਰਿਆ ਸੰਘਰਸ਼ ਕਰਿਆ, ਉਦੋਂ ਤਾਰਾਂ ਜੁੜਨ ਲੱਗ ਜਾਂਦੀਆਂ। ਉਹਦੇ ਮਰਨ ਨਾਲ ਇੰਨੀ ਵੋਟ ਮਾਨ ਸਾਹਿਬ ਦੀ ਵੱਧ ਗਈ ਕਿ ਤਨ ਮਨ ਨਾਲ ਲੋਕਾਂ ਨੇ ਮਾਨ ਸਾਹਿਬ ਨੂੰ ਇਹ ਵੋਟਾਂ ਪਾਈਆਂ ਨੇ। ਯਕੀਨੀ ਜਿੱਤ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਹਾਂਜੀ ਤੁਸੀਂ ਕੁਝ ਕਹਿਣਾ ਚਾਹੁੰਦੇ? ਮੈਂ ਕਹਿਣਾ ਚਾਹੁੰਦਾ ਸੀ ਕਿ ਦੀਪ ਸਿੱਧੂ ਬਾਈ ਦਾ ਆਪ ਸਭ ਜਾਣਦੇ ਹੋ ਕਿ ਇੱਕ ਇਹੋ ਜਿਹਾ ਘਾਟਾ ਪੰਜਾਬ ਨੂੰ ਪਿਆ ਆ ਜਿਹੜਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਬਟ ਇਹ ਆ ਕਿ ਜੇ ਅਸੀਂ ਉਹਨਾਂ ਦੀ ਸੋਚ ਨੂੰ ਕਾਇਮ ਰੱਖਣਾ ਤੇ ਜਿੰਦਾ ਰੱਖਣਾ ਆ, ਤੇ ਮੇਰੇ ਪੰਜਾਬ ਦੇ ਹਰ ਇੱਕ ਪੰਜਾਬੀ ਦੇ ਅੱਗੇ ਇਹ ਅਪੀਲ ਆ ਕਿ ਉਹ ਇਹ ਕਹਿੰਦੇ ਸੀਗੇ ਕਿ ਵੱਧ ਤੋਂ ਵੱਧ ਬੁੱਕਾਂ ਪੜ੍ਹੋ, ਪੁਸਤਕਾਂ ਪੜ੍ਹੋ, ਆਪਣੇ ਇਤਿਹਾਸ ਨਾਲ ਜੁੜੋ। ਜਦੋਂ ਤੱਕ ਅਸੀਂ ਆਪਣੇ ਇਤਿਹਾਸ ਨਾਲ ਜੁੜੇ ਰਵਾਂਗੇ ਕਿਸੇ ਨਾ ਕਿਸੇ ਪੜ੍ਹਤ ਲਿਖਤ ਰਾਹੀਂ, ਉਦੋਂ ਤੱਕ ਸਾਡਾ ਜਿਹੜਾ ਸੰਘਰਸ਼ ਆ ਇਹਨਾਂ ਸਰਕਾਰਾਂ ਦੇ ਨਾਲ ਅਸੀਂ ਕਰ ਸਕਦੇ ਹਾਂ, ਕਿਉਂਕਿ ਸਾਨੂੰ ਗੱਲ ਕਰਨ ਦਾ ਇੱਕ ਤਜਰਬਾ ਬੁੱਕਾਂ ਪੜ੍ਹਨ ਦੇ ਨਾਲ ਹੀ ਹੋਊਗਾ। ਭਾਈ ਜੀ ਨੇ ਬਹੁਤ ਵੱਡੀ ਗੱਲ ਕਹੀ ਹੈ ਕਿ ਦੀਪ ਸਿੱਧੂ ਜਿਹੜਾ ਅਸਲੀ ਜਿਹੜਾ ਸੁਨੇਹਾ ਹੈ ਕਿ ਸਾਨੂੰ ਆਪਣੇ ਵਿਰਸੇ ਨਾਲ, ਸਾਨੂੰ ਆਪਣਾ ਇਤਿਹਾਸ ਤੇ ਨਹੀਂ ਭੁੱਲਣਾ ਚਾਹੀਦਾ, ਪੜ੍ਹਨਾ ਚਾਹੀਦਾ ਹੈਗਾ। ਇਹ ਮਿਸ਼ਨ ਲੈ ਕੇ ਤੁਸੀਂ ਆਪ ਵੀ ਚੱਲੋਗੇ? ਬਿਲਕੁਲ ਚੱਲਦੇ ਹਾਂ ਜੀ। ਅਸੀਂ ਆਲਰੇਡੀ ਕਾਫੀ ਸਮੇਂ ਤੋਂ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਪੜ੍ਹੀਏ। ਇੱਕ ਚੀਜ਼ ਹੋਰ ਮੈਨੂੰ ਲੱਗਦਾ ਸ਼ਾਇਦ ਮੈਂ ਕਹਿ ਸਕਾਂ ਜਾਂ ਨਾ ਕਹਿ ਸਕਾਂ, ਦੀਪ ਸਿੱਧੂ ਬਾਈ ਨੇ ਇੱਕ ਇਹੋ ਜੀ ਸੋਚ, ਸਾਡੇ ਵਰਗੇ ਜਿਹੜੇ ਕਹਿ ਸਕਦੇ ਕਿ ਅਸੀਂ ਸਹਿਜਧਾਰੀ ਨਹੀਂ ਹੈਗੇ, ਉਹਨਾਂ ਨੂੰ ਇੱਕ ਇਹੋ ਜੀ ਸੋਚ ਦਿੱਤੀ ਆ ਕਿ ਅਸੀਂ ਵੀ ਇੱਕ ਜਜ਼ਬਾ ਰੱਖ ਸਕਦੇ ਹਾਂ ਅੱਗੇ ਵੱਧ ਕੇ ਕੰਮ ਕਰਨ ਦਾ, ਕਿਸੇ ਵੀ ਧਾਰਮਿਕ ਸਥਾਨ ਤੇ ਜਾਂ ਕਿਤੇ ਵੀ। ਹਾਂ ਠੀਕ ਹੈ, ਅਸੀਂ ਸਹਿਜਧਾਰ ਨਹੀਂ ਹੈਗੇ ਪਰ ਸਿੱਖਾਂ ਦੇ ਆ। ਅੱਜ ਤੱਕ ਸਾਨੂੰ ਬਹੁਤ ਸਾਰੇ ਬੁਲਾਰਿਆਂ ਨੇ ਸਾਡੇ ਵਰਗਿਆਂ ਨੂੰ ਵੇਖ ਕੇ ਕਹਿਣਾ ਕਿ ਤੁਸੀਂ ਪਤਾ ਨਹੀਂ ਕੀ ਆ, ਤੁਸੀਂ ਸਿੱਖੋ ਕੁਛ ਨਾ ਕੁਛ। ਸਿੱਖਦੇ ਤਾਂ ਅਸੀਂ ਬਹੁਤ ਕੁਛ ਆ, ਪਰ ਸਾਡੀਆਂ ਕਿਤੇ ਨਾ ਕਿਤੇ ਕੋਈ ਮਜਬੂਰੀਆਂ ਰਹਿ ਜਾਂਦੀਆਂ ਨੇ ਕਿ ਅਸੀਂ ਸਹਿਜਧਾਰੀ ਨਹੀਂ ਹੋ ਸਕਦੇ। ਕਹਿ ਰਹੇ ਕਿ ਸੋਚ ਖਾਲਸ ਹੋਣੀ ਚਾਹੀਦੀ, ਪਹਿਰਾਵਾ ਨਹੀਂ। ਮਤਲਬ ਸੋਚ ਖਾਲਸ ਹੋਣੀ ਚਾਹੀਦੀ ਆ, ਪਹਿਰਾਵੇ ਦਾ ਕੋਈ ਮੈਟਰ ਨਹੀਂ ਹੈਗਾ ਇਹਦੇ ਵਿੱਚ। ਇਹ ਬਾਈ ਦੀਪ ਸਿੱਧੂ ਵੀ ਕਹਿ ਕੇ ਗਿਆ, ਤੁਸੀਂ ਜਾਣਦੇ ਹੋਵੋਗੇ। ਇੱਕ ਗੱਲ ਹੋਰ ਉਹਨਾਂ ਨੇ ਇੱਕ ਆਪਣੇ ਇੰਟਰਵਿਊ ਦੇ ਵਿੱਚ ਕਹੀ ਸੀ ਕਿ ਕਹਿੰਦੇ ਕਿ ਜਦੋਂ ਬੰਦਾ ਜਿਉਂਦਾ ਆ ਤੁਸੀਂ ਉਹਦੀ ਸੋਚ ਤੇ ਪਹਿਰਾ ਦੇਵੋ, ਜਦੋਂ ਬੰਦਾ ਮਰ ਜਾਂਦਾ ਆ ਉਹਦੇ ਭੋਗਾਂ ਦੇ ਤੇ ਉਹਨਾਂ ਦੇ ਇਕੱਠ ਕਰਨ ਦਾ ਕੋਈ ਫਾਇਦਾ ਨਹੀਂ, ਕਿਉਂਕਿ ਜਦੋਂ ਤੁਸੀਂ ਜਿਉਂਦਾ ਜੀ ਨਹੀਂ ਉਹਦੇ ਹੋ ਸਕਦੇ। ਮੈਂ ਅੱਜ ਇੱਕ ਹੋਰ ਗੱਲ ਕਹਿਣਾ ਆ। ਅੱਜ ਕੀ ਦੇਖੀਏ ਫਿਰ? ਅੱਜ ਨਹੀਂ, ਅੱਜ ਸ਼ਰਧਾਂਜਲੀ ਹੈਗੀ ਆ, ਬਟ ਉਹਨਾਂ ਨੇ ਇਹ ਗੱਲ ਕਹੀ ਸੀ, ਔਨ ਰਿਕਾਰਡ ਵੀ ਹੈਗੀ ਆ, ਵੀ ਤੁਸੀਂ ਜਿਉਂਦੇ ਜੀ ਜਿਸ ਜਿਹੜਾ ਬੰਦਾ ਸੰਘਰਸ਼ ਕਰਦਾ ਆ
ਕਿ ਉਹਦੇ ਨਾਲ ਜੁੜੋ। ਬਹੁਤ ਸੰਗਤ ਜੁੜੀ, ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ। ਮੈਂ ਕਹਿਣਾ ਚਾਹੁੰਦਾ ਕਿ ਇਹੋ ਜਿਹੇ ਬਹੁਤ ਸਾਰੇ ਲੋਕ ਮੇਰੀ ਰੇਂਜ 'ਚ ਵੀ ਹੈਗੇ ਨੇ ਕਿ ਜਿਹੜੇ ਅਜੇ ਥੋੜੇ ਦਿਨ ਪਹਿਲਾਂ ਹੀ ਮੇਰੇ ਸੱਜਣ ਮੈਂ ਉਹਨਾਂ ਨੂੰ ਪੁੱਛਿਆ ਕਿ ਦੀਪ ਸਿੱਧੂ ਬਾਈ ਅਮਰਗੜ੍ਹ ਗਿਆ ਪ੍ਰਚਾਰ ਕਰਨ, ਕੀ ਸੋਚ ਆ ਤੁਹਾਡੀ? ਉਹਨਾਂ ਨੇ ਮੈਨੂੰ ਕੁਝ ਰਫ ਵਿੱਚ ਬੋਲਿਆ। ਅੱਜ ਉਹ ਵੀ ਲੋਕ ਇੱਥੇ ਪੁੱਜੇ ਨੇ। ਜਾਂ ਤਾਂ ਤੁਸੀਂ ਉਦੋਂ ਨਾ ਰਫ ਬੋਲਦੇ ਤੇ ਜਾਂ ਫਿਰ ਤੁਸੀਂ ਇਸ ਚੀਜ਼ ਨੂੰ ਮੰਨੋ। ਸੋ ਮੇਰੀ ਹੱਥ ਜੋੜ ਕੇ ਬੇਨਤੀ ਸਾਰੇ ਵੀਰਾਂ ਨੂੰ ਕਿ ਜੇ ਆਪਾਂ ਦੀਪ ਸਿੱਧੂ ਬਾਈ ਦੀ ਸੋਚ ਨਾਲ ਜੁੜਨਾ ਆ ਤੇ ਵੱਧ ਤੋਂ ਵੱਧ ਬੁੱਕਾਂ ਜਾਂ ਵੱਧ ਤੋਂ ਵੱਧ ਜਿਹੜਾ ਸਾਡਾ ਇਤਿਹਾਸ ਆ ਉਹਨੂੰ ਪੜੋ। ਇੰਨਾ ਕਹਿ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਤੁਹਾਨੂੰ ਲੱਗਦਾ ਇਹ ਸੋਚ ਹਮੇਸ਼ਾ ਜਗਦੀ ਰਹੇਗੀ ਜੀ? ਬਿਲਕੁਲ ਜੀ, ਆਸ ਤਾਂ ਬਹੁਤ ਹੈਗੀ ਆ ਕਿ ਜਿਵੇਂ 37 ਸਾਲ ਬਾਅਦ ਸੰਤ ਭਿੰਡਰ ਵਾਲਿਆਂ ਤੋਂ ਬਾਅਦ ਇੱਕ ਸਾਨੂੰ ਬੁਲਾਰਾ ਮਿਲਿਆ, ਇੱਕ ਸਾਨੂੰ ਬੁਲਾਰੇ ਨਾਲ ਥੋੜਾ ਢੇਨਾ ਸੋਚ ਰੱਖਣਾ। ਬੁਲਾਰੇ ਤੇ ਨਹੀਂ ਕਰਨਾ, ਬੁਲਾਰੇ ਦੀਪ ਸਿੱਧੂ ਨੂੰ ਬੁਲਾਰੇ ਨਾਲ ਨਾ ਤੁਸੀਂ ਛੋਟਾ ਕਰੋ ਨਾ। ਨਹੀਂ, ਸੋਚ ਬਹੁਤ ਵੱਡੀ ਸੋਚ ਸੀ। ਜਿਹੜਾ ਮੰਨ ਲਓ ਇੱਕ ਵੱਧ ਅਧਿਕਾਰਾਂ ਦੀ ਗੱਲ ਕਰਦਾ ਸੀ, ਖੇਤੀ ਦੀ ਗੱਲ ਕਰਦਾ ਸੀ, ਪਾਣੀਆਂ ਦੀ ਗੱਲ ਕਰਦਾ ਸੀ, ਸਾਡੀ ਕੌਮ ਦੀ ਗੱਲ ਕਰਦਾ ਸੀ। ਸਾਡੇ ਤੁਹਾਨੂੰ ਕੋਈ ਸਬਕ ਮਿਲਿਆ? ਤੁਹਾਨੂੰ ਸਬਕ ਮਿਲਿਆ? ਤੁਸੀਂ ਅੱਜ ਤੋਂ ਬਾਅਦ ਗੱਲ ਕਰੋਗੇ? ਤੁਸੀਂ ਹਾਂਜੀ, ਅੱਜ ਤੋਂ ਬਾਅਦ ਤੁਸੀਂ ਵੀ ਗੱਲ ਕਰੋਗੇ? ਬਿਲਕੁਲ ਡਟ ਕੇ ਗੱਲ ਕਰਾਂਗੇ ਜੀ। ਜਿਸ ਕੀ ਗੱਲ ਕਰੋਗੇ? ਜਿਸ ਤਰ੍ਹਾਂ ਦੀਪ ਸਿੱਧੂ ਨੇ ਸਾਨੂੰ ਜਗਾਇਆ, ਜਿਸ ਤਰ੍ਹਾਂ ਦੀਪ ਸਿੱਧੂ ਸਾਨੂੰ ਦੱਸਿਆਗਾ ਵੀ ਸਾਡੇ ਸਿੱਖ ਕੌਮ ਦੇ ਵਿੱਚ ਆ ਘਾਟਾਂ ਨੇ, ਅਸੀਂ ਕਿੱਥੇ ਖੜੇ ਆ, ਕਿੱਥੇ ਸਾਨੂੰ ਹੋਣਾ ਚਾਹੀਦਾ ਸੀ, ਅਸੀਂ ਉਸ ਸੋਚ ਨੂੰ ਅੱਗੇ ਲੈ ਕੇ ਚੱਲਾਂਗੇ। ਸੋਚ ਨੂੰ ਅੱਗੇ ਜਿਦਾਂ ਦੀ ਲੋੜ ਹੈ। ਹਾਂਜੀ, ਤੁਸੀਂ ਕੁਝ ਕਹਿ ਰਹੇ ਜੀ ਇੱਕ ਮੈਂ ਯੂਥ ਨੂੰ ਕਹਿਣਾ ਚਾਹੁੰਦਾ ਕਿ ਸੱਚ ਨੂੰ ਸੱਚ ਕਹਿਣਾ ਸਿੱਖੋ ਔਰ ਝੂਠੇ ਨੂੰ ਝੂਠਾ ਕਹਿਣਾ ਸਿੱਖੋ। ਇਹਨਾਂ ਲੀਡਰਾਂ ਦੇ ਤਲਵੇ ਨਾ ਚੱਟਣ। ਦੂਜੀ ਗੱਲ ਇਹ ਆ ਕਿ ਪੰਜਾਬ ਧਰਨੇ ਵਾਲਾ ਨਹੀਂ, ਇਸ ਧਰਨੇ ਨੇ ਸਾਡੇ 750 ਬੰਦਾ ਸ਼ਹੀਦ ਕਰਵਾ ਦਿੱਤਾ। ਔਰ ਅਗਰ 26 ਜਨਵਰੀ ਵਾਲੇ ਦਿਨ ਇਹ ਧਰਨੇ ਵਾਲੇ ਲੀਡਰ ਦੀਪ ਦਾ ਔਰ ਜਨਤਾ ਦਾ ਸਾਥ ਦਿੰਦੇ ਤੇ 26 ਜਨਵਰੀ ਨੂੰ ਨਤੀਜਾ ਕੁਝ ਹੋਰ ਹੁੰਦਾ। ਇਸ ਧਰਨਿਆਂ ਦੇ ਚੱਕਰ 'ਚ ਨਾ ਪਾਓ, ਆਪਣਾ ਹੱਕ ਲੈਣਾ ਸਿੱਖੋ ਔਰ ਜਿੱਦਾਂ ਗੁਰੂ ਮਹਾਰਾਜ ਨੇ ਸਾਨੂੰ ਸਿਖਾਇਆ ਹੈ। ਔਰ ਗੁਰੂ ਮਹਾਰਾਜ ਦੇ ਜਿਹੜਾ ਤੁਸੀਂ ਇਹ ਲੈ ਕੇ ਹੋਰ ਦੀਪ ਦੀ ਸੋਚ ਨੂੰ ਹਮੇਸ਼ਾ ਉਹ ਸੋਚ ਤੇ ਉਹਦਾ ਜਿਹੜਾ ਮਰਨ ਤੋਂ ਬਾਅਦ ਜਿਹੜਾ ਉਹਨਾਂ ਨੇ ਤੁਸੀਂ ਸਾਰੇ ਦੱਸ ਰਹੇ ਉਹ ਬਹੁਤ ਕੁਝ ਕਹਿ ਕੇ ਗਏ ਨੇ। ਉਹਨਾਂ ਨੂੰ ਯਾਦ ਰੱਖਣ ਵਾਸਤੇ ਪਿੰਡ ਜਿੱਦਾਂ ਤੁਸੀਂ ਕਿਹਾ ਕਿ 5 ਜਣੇ ਹੁਣ 30 ਜਾਣੇ ਹੋ ਗਏ ਨੇ। ਹੋਰ ਕੀ ਕੁਝ ਇਹਨਾਂ ਦੇ ਆਉਣ ਵਾਲੇ ਸਮੇਂ 'ਚ ਇਦਾਂ ਦੀ ਦੀਪ ਦੀ ਸੋਚ ਨੂੰ ਲੈ ਕੇ ਸਮਾਗਮ ਕਰਵਾਉਣੇ ਤੁਸੀਂ? ਕੋਈ ਦੀਪ ਦੀ ਸੋਚ ਨੂੰ ਲੈ ਕੇ ਅਸੀਂ ਬਾਈ ਜੋ ਵੀ ਪ੍ਰੋਗਰਾਮ ਉੱਤੋਂ ਵੀ ਮਿਲਣਗੇ ਅਸੀਂ ਉਹ ਵੀ ਕਰਵਾਵਾਂਗੇ। ਜਿੰਨਾ ਕੋਈ ਪਿੰਡ ਬੇਸ ਤੇ ਹੋ ਸਕਿਆ ਅਸੀਂ ਵੱਧ ਤੋਂ ਵੱਧ ਕਰਾਂਗੇ। ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਗਿਆ ਸੀਗਾ ਵੀ ਸਾਡੇ ਪਿੰਡ ਦੇ ਵਿੱਚ ਪੋਲਿੰਗ ਲੱਗਣ ਦੇ ਵੀ ਅਸਾਰ ਨਹੀਂ ਸੀਗੇ, ਪਰ ਜਦੋਂ ਨਦੀਪ ਨੇ ਬਾਈ ਨੇ ਆ ਕੇ ਪ੍ਰਚਾਰ ਕਰਿਆ ਸਾਨੂੰ ਇੱਕ ਤਰ੍ਹਾਂ ਦਾ ਹਲੂਣਾ ਮਿਲਿਆਗਾ। ਉਦੋਂ ਬਾਅਦ ਸਾਡੇ ਪਿੰਡ 'ਚ ਉਹਦਾ ਪੋਲਿੰਗ ਵੀ ਲੱਗਿਆ। ਤਕਰੀਬਨ ਐ ਲਾ ਲਓ ਜਿੱਥੇ 5-10 ਵੋਟਾਂ ਪੈਣੀਆਂ ਤੇ ਉੱਥੇ ਮੈਨੂੰ ਐ ਲੱਗਦਾ ਵੀ 200-250-300 ਵੋਟ ਪੈ ਜਾਣੀ ਹੈਗੀ, ਕਿਉਂਕਿ ਪਹਿਲਾਂ 5-10 ਵੋਟਾਂ ਹੀ ਸੀਗੀਆਂ, ਹੁਣ 250-300 ਵੋਟ ਦੇ ਕਰੀਬ ਲਗਭਗ ਪੈ। ਹੋਰ ਮੈਨੂੰ ਸਮਝਾਇਓ ਜੀ। ਮੈਂ ਬੜੇ ਜਿੱਦਾਂ ਚਲੋ ਅੱਜ ਜਿੰਨੇ ਵੀ ਪੰਜਾਬ ਦੇ ਵਿੱਚ ਇਕੱਠ ਹੁੰਦੇ ਨੇ, ਅੱਜ ਸਮਾਂ ਹੋਰ ਆ ਕਿਉਂਕਿ ਅੱਜ ਅਸੀਂ ਦੀਪ ਸਿੱਧੂ ਨੂੰ ਯਾਦ ਕਰ ਰਹੇ ਨੇ। ਪੰਜਾਬ ਦੇ ਯੂਥ ਦੇ ਤਸਵੀਰਾਂ ਅੱਜ ਦੀਪ ਸਿੱਧੂ ਦੀਆਂ ਵਾ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਵੀ ਆ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਵੀ ਆ। ਕਿਵੇਂ ਜੀ? ਮੈਂ ਸਮਝ ਨਹੀਂ। ਮੈਂ ਕਿਹਾ ਜਿਹੜਾ ਪੰਜਾਬ ਦੀ ਜਵਾਨੀ ਆ, ਪੰਜਾਬ ਦੀ ਜਵਾਨੀ ਦੇ ਦਿਲਾਂ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਵੀ ਵੱਸਦਾ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਵੀ ਵੱਸਦੇ ਨੇ। ਹੁਣ ਪੰਜਾਬ ਦੀ ਜਵਾਨੀ 'ਚ ਦੀਪ ਸਿੱਧੂ ਵੀ ਵਸਣ ਲੱਗ ਪਿਆ ਜੀ। ਕਿਉਂਕਿ ਉਹਨਾਂ ਨੇ ਹਲੂਣਾ ਦਿੱਤਾ ਸਾਨੂੰ ਇੱਕ ਤਰ੍ਹਾਂ ਦਾ, ਕਿਉਂਕਿ ਸੁੱਤੀ ਕੌਮ ਨੂੰ ਜਦੋਂ ਵੀ ਕਿਸੇ ਨੂੰ ਕੋਈ ਜਗਾਉਣਾ ਹੁੰਦਾ ਹੈਗਾ ਉਹਨੂੰ ਹਲੂਣਾ ਦੇਣਾ ਪੈਂਦਾ। ਇਹੀ ਬਾਈ ਦੀਪ ਦਾ ਮਕਸਦ ਸੀਗਾ ਵੀ ਇੱਕ ਵਾਰ ਕੇਰਾ ਆਪਾਂ ਇਹਨਾਂ ਨੂੰ ਹਲੂਣਾ ਦੇ ਦਈਏ, ਸੁੱਤੀ ਪਈ ਕੌਮ ਨੂੰ ਜਗਾ ਲਈਏਗੇ। ਤਾਂਹੀਓ ਕਹਿੰਦੇ ਹੁੰਦੇ ਸੀ ਕਿ ਵੀ ਅਸੀਂ ਖੁਦ ਮੁਖਤਿਆਰੀ ਦੀ ਗੱਲ ਕਰਦੇ ਸੀਗੇ, ਤਾਂਹੀਓ ਆਪਣੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਸੀਗੇ। ਇਸ ਲਈ ਕਿਉਂਕਿ ਬਹੁਤ ਘੱਟ ਨੇਗੇ ਜਿਹੜੇ ਲੀਡਰ ਨੇਗੇ ਸਾਨੂੰ ਹਲੂਣਾ ਦਿੰਦੇ ਨੇਗੇ, ਸਭ ਵੋਟ ਰਾਜ ਕਰਕੇ ਸਭ ਆਪਦੀਆਂ ਰੋਟੀਆਂ ਸੇਕਦੇ ਨੇਗੇ। ਜਿਹੜੀਆਂ ਪੰਜਾਬ ਦੀਆਂ ਪਾਰਟੀਆਂ, ਕੋਈ ਵੀ ਆਪਾਂ ਨਾਮ ਕਿਸੇ ਦਾ ਕੀ ਲੈਣਾ, ਸਾਰਿਆਂ ਬਾਰੇ ਪਤਾ ਹੈਗਾ। ਉਹ ਜਿਹੜੀਆਂ ਖੁਦ ਮੁਖਤਿਆਰੀ ਦੀਆਂ ਗੱਲਾਂ ਉਹ ਕਹਿਣੀਆਂ ਬੰਦ ਕਰ ਦਿੱਤੀਆਂ ਉਹਨਾਂ ਨੇ। ਕਿੰਨਾ ਨੇ ਵੀਰੇ? ਸਿਆਸੀ ਪਾਰਟੀਆਂ, ਕਿਉਂਕਿ ਉਹਨਾਂ ਨੇ ਰੋਟੀਆਂ ਸੇਕਣੀਆਂ ਨੇ ਵੀਰੇ। ਉਹਨਾਂ ਨੇ ਆਪਦਾ ਵੋਟਾਂ ਤੱਕ ਮਤਲਬ ਉਹਨਾਂ ਨੇ ਜੇ ਇਹ ਗੱਲਾਂ ਕਰਨਗੇ ਉਹਨਾਂ ਨੂੰ ਵੋਟ ਬਹੁਤ ਘੱਟ ਪਾਉਣੀ। ਜਿੰਨੇ ਉਹ ਮਸਾਲੇਦਾਰ ਗੱਲਾਂ ਸੁਣਾਉਣਗੇ ਉਨੀ ਜ਼ਿਆਦਾ ਵੋਟ ਪੈਣੀ ਹੈਗੀ। ਇਹੀ ਬਾਈ ਦੀਪ ਸਿੱਧੂ ਨਾਲ ਹੁੰਦਾ ਸੀਗਾ, ਇਹੀ ਸੰਤ ਜਰਨੈਲ ਸਿੰਘ ਭਿੰਡਰ ਵਾਲਿਆਂ ਨਾਲ ਹੁੰਦਾ ਸੀਗਾ। ਆਪਾਂ ਵੋਟਾਂ ਵਾਲੇ ਦਿਨ ਪੰਜਾਬ ਦੇ ਲੋਕ ਕਮਲੇ ਕਿਉਂ ਹੋ ਜਾਂਦੇ ਹੈਗੇ? ਨਹੀਂ ਦੇਖੋ, ਲਾਲਚ ਦੇ ਵਿੱਚ ਆ ਜਾਂਦੇ ਨੇਗੇ। ਜਦੋਂ ਕੋਈ ਆਪਾਂ ਨੂੰ ਫ੍ਰੀ ਦੀ ਚੀਜ਼ ਬਾਰੇ ਲਾਲਚ ਦਿੱਤਾ ਜਾਂਦਾ ਹੈਗਾ, ਆ ਵੀ ਫ੍ਰੀ, ਕਿਉਂਕਿ ਸਾਨੂੰ ਆਪਦੇ ਤੇ ਨਿਰਭਰ ਨਹੀਂ ਹੋਣ ਦਿੱਤਾ ਗਿਆ ਹੈਗਾ। ਜਦੋਂ ਫ੍ਰੀ ਦੇ ਚੱਕਰ ਦੇ ਵਿੱਚ ਆਪਣੇ ਬਹੁਤ ਭੋਲੇ ਲੋਕ ਨੇਗੇ, ਉਹਨਾਂ ਦੇ ਇੱਕ ਝਾਂਸੇ ਦੇ ਵਿੱਚ ਉਹਨਾਂ ਦੀ ਗੱਲਾਂ ਦੇ ਵਿੱਚ ਆ ਜਾਂਦੇ ਨੇ। ਅਸੀਂ ਜਿਸਮਾਨੀ ਤੌਰ ਤੇ ਕਿ ਸੋਚ ਪੱਖੋਂ ਗੁਲਾਮ ਹੋ ਚੁੱਕੇ ਆਂਗੇ। ਇਸੇ ਗੁਲਾਮੀ ਨੂੰ ਸੰਤ ਜਰਨੈਲ ਸਿੰਘ ਭਿੰਡਰ ਵਾਲਿਆਂ ਨੇ ਵੀ ਕਿਹਾ ਸੀ, ਬਾਈ ਦੀਪ ਨੇ ਵੀ ਕਿਹਾ ਸੀ ਵੀ ਇਹ ਗੁਲਾਮੀ ਸਾਨੂੰ ਗਲੋਂ ਲਾਉਣੀ ਪਊਗੀ। ਜਿੰਨਾ ਚਿਰ ਸਾਡੀ ਗੁਲਾਮੀ ਨਹੀਂ ਗਲੋਂ ਲੈਂਦੀ ਉਹਨਾਂ ਚਿਰ ਆਪਣੇ ਪੰਜਾਬ ਦਾ ਕੁਝ ਭਲਾ ਨਹੀਂ ਹੋ ਸਕਦਾ ਹੈਗਾ। ਪਰ ਸਾਡੀਆਂ ਗਰਜਾਂ ਤੇ ਫਿਰ ਇਹਨਾਂ ਲੋਕਾਂ ਨਾਲ ਹੀ ਜੁੜੀਆਂ ਨਾ ਜੀ।
ਨਹੀਂ ਗੁਲਾਮੀ ਦਾ ਬਾਈ ਜੀ ਗੱਲ ਕਰਨੇ ਆ। ਬਾਈ ਕਹਿੰਦਾ ਨੇ ਗੁਲਾਮੀ ਕੋਈ ਸੰਗਲਾਂ 'ਚ ਜਕੜ ਕੇ ਗੁਲਾਮੀ ਥੋੜੀ ਹੁੰਦੀ ਹੈ। ਇਹ ਮਾਨਸਿਕ ਤੌਰ ਤੇ ਗੁਲਾਮ ਆ, ਅਸੀਂ ਹੈਗੇ ਵੀ ਮਾਨਸਿਕ ਤੌਰ ਤੇ ਗੁਲਾਮ ਆ। ਹੁਣ ਅਸੀਂ ਇਹਨਾਂ ਦੇ ਹੱਥਾਂ ਗਣੀ ਦੇਖਦੇ ਆ, ਸਾਨੂੰ ਇਹ ਫ੍ਰੀ ਦੇਣਗੇ, ਐ ਕਰਨਗੇ। ਰੁਜ਼ਗਾਰ ਤਾਂ ਇਹਨਾਂ ਨੇ ਦੇਣਾ ਨਹੀਂ। ਸਾਰੇ ਤੁਸੀਂ ਦੇਖ ਲਓ, ਟੀਚਰ ਧਰਨੇ ਲਾ ਰਹੇ ਨੇ, ਨਰਸਾਂ ਧਰਨੇ ਲਾ ਰਹੇ ਨੇ, ਤੇ ਕਿਸਾਨ ਤਾਂ ਸੜਕਾਂ ਤੇ ਨੇ। ਇਹਨਾਂ ਨੇ ਸਾਡਾ ਕੋਈ ਮਸਲਾ ਹੱਲ ਨਹੀਂ ਕਰਨਾ ਜਿੰਨਾ ਤੱਕ ਸਾਨੂੰ ਖੁਦ ਮੁਖਤਿਆਰੀ ਨਹੀਂ ਮਿਲਦੀ, ਸਾਡੇ ਪਾਣੀਆਂ ਦਾ ਹੱਲ ਨਹੀਂ ਹੁੰਦਾ। ਚਲੋ ਬਹੁਤ ਬਹੁਤ ਮਿਹਰਬਾਨੀ ਹੈ। ਸੰਗਰੂਰ ਤੋਂ ਨੌਜਵਾਨ ਨੇ ਜਿਨ੍ਹਾਂ ਨੇ ਅੱਜ ਇੱਥੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਆਏ ਨੇ, ਲੇਕਿਨ ਜਿੱਥੋਂ ਤੱਕ ਸੋਚ ਦਾ ਸਵਾਲ ਆ, ਔਰ ਜਿੱਥੋਂ ਤੱਕ ਸੋਚ ਦਾ ਸਵਾਲ ਆ, ਸੋਚ ਭਾਵੇਂ ਸਮਾਜ ਵਾਸਤੇ ਚੰਗੀ ਹੋ ਰਹੀ ਹੋਵੇ ਜਾਂ ਗਰਮ ਦਲੀ ਸੋਚ ਰਹੀ ਹੋਵੇ ਜਾਂ ਨਰਮ ਦਲੀ ਸੋਚ ਹੋਵੇ, ਸੋਚ ਕਦੇ ਵੀ ਨਹੀਂ ਮਰਦੀ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਭੁੱਲਰ, ABC ਪੰਜਾਬ, ਸਰਹੰਦ।